ਭਗਤ ਪੂਰਨ ਸਿੰਘ ਹੋਣਾ ਨੇ ਸੰਗਤ ਦੇ ਬਾਰੇ ਇੱਕ ਗੱਲ ਬੋਲੀ ਹੈ। ਕਹਿੰਦੇ ਮੈਂ ਲਗਭਗ 14 ਕੁ ਸਾਲ ਦਾ ਸੀ, ਸ਼ਾਇਦ 1918 ਦੀ ਉਹ ਗੱਲ ਹੋਵੇ। ਮੈਂ 14 ਕੁ ਸਾਲ ਦਾ ਸੀ ਤੇ ਸਾਡੇ ਪਿੰਡ ਦੇ ਵਿੱਚ ਗੁਰਮਤਿ ਦਾ ਬਹੁਤਾ ਪ੍ਰਚਾਰ ਨਹੀਂ ਸੀ ਹੁੰਦਾ। ਸਾਡੇ ਪਿੰਡ ਦੇ ਵਿੱਚ ਧਰਮਸ਼ਾਲਾ ਹੈ ਸੀ, ਪਰ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਕਹਿੰਦੇ ਕਿ ਪ੍ਰਕਾਸ਼ ਨਹੀਂ ਸੀ ਹੁੰਦਾ। ਕਿਤੇ ਸਮੇਂ ਬਾਅਦ ਅਖੰਡ ਪਾਠ ਸਾਹਿਬ ਹੋਣਾ ਤੇ ਮੇਰੀ ਮਾਤਾ ਨੇ ਮੈਨੂੰ ਭੇਜ ਦੇਣਾ ਵੀ ਜਾ ਕੇ ਅਖੰਡ ਪਾਠ ਸੁਣ ਕੇ ਆ। ਸਿੱਖੀ ਦਾ ਪ੍ਰਚਾਰ ਨਹੀਂ ਸੀ ਕਹਿੰਦੇ ਸਾਡੇ ਪਿੰਡ ਦੇ ਵਿੱਚ ਬਹੁਤਾ, ਇਸ ਕਰਕੇ ਮੈਨੂੰ ਸਿੱਖ ਧਰਮ ਦੇ ਬਾਰੇ ਜਾਣਕਾਰੀ ਵੀ ਨਹੀਂ ਸੀ। ਤੇ ਜਾਣਕਾਰੀ ਹੋਣ ਦੀ ਨਾ ਹੋਣ ਦੀ ਕਰਕੇ ਮੈਨੂੰ ਜਾਣਕਾਰੀ ਦੀ ਘਾਟ ਸੀ। ਇਸ ਕਰਕੇ ਕੀ ਹੋਇਆ ਵੀ ਜਿਹੜਾ ਸਰਹੰਦ ਦੇ ਵਿੱਚ ਫਤਿਹਗੜ੍ਹ ਸਾਹਿਬ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਜੋੜ ਮੇਲਾ ਹੁੰਦਾ ਹੈ ਨਾ, ਆਪ ਜੀ ਜਾਣਦੇ ਹੋਵੋਗੇ, 3 ਦਿਨ ਹੁੰਦਾ ਹੈ ਦਸੰਬਰ ਦੇ ਵਿੱਚ, ਠੰਡ ਬਹੁਤ ਹੁੰਦੀ ਹੈ ਉਦੋਂ। ਤੇ ਉਸ ਜੋੜ ਮੇਲੇ ਨੂੰ ਅਸੀਂ ਮੇਲਾ ਹੀ ਕਹਿ ਛੱਡਦੇ ਸੀ। ਇਹ ਹੁਣ ਸਾਡੀ ਸਮਝ ਦਾ ਲੈਵਲ ਹੈ ਵੀ ਅਸੀਂ ਮੇਲੇ ਨੂੰ ਤੇ ਸ਼ਹੀਦੀ ਜੋੜ ਮੇਲੇ ਨੂੰ ਕਿੱਦਾਂ ਸਮਝਦੇ ਹਾਂ। ਮੇਲਾ ਤੇ ਸਾਰੀਆਂ ਥਾਵਾਂ ਦੇ ਉੱਤੇ ਲੱਗ ਜਾਂਦਾ ਹੈ, ਸ਼ਹੀਦੀ ਜੋੜ ਮੇਲ ਜਿਹੜਾ ਹੁੰਦਾ ਹੈ ਉਹ ਫਤਿਹਗੜ੍ਹ ਸਾਹਿਬ ਦੇ ਅਸਥਾਨ ਦੇ ਉੱਤੇ ਹੁੰਦਾ ਹੈ, ਚਮਕੌਰ ਸਾਹਿਬ ਵੀ ਹੁੰਦਾ ਹੈ। ਚਲੋ ਜਿੱਥੋਂ ਦੀ ਆਪਾਂ ਗੱਲ ਕਰਨੀ ਹੈ ਵੀ ਮੈਂ ਇਸ ਮੇਲੇ ਨੂੰ ਆਮ ਜਿਹਾ ਮੇਲਾ ਹੀ ਸਮਝ ਛੱਡਦਾ ਸੀ। ਸਾਡੇ ਇਲਾਕੇ ਦੇ ਲੋਕ ਵੀ ਸਾਰਾ ਕੁਝ ਇਹੋ ਹੀ ਕਹਿੰਦੇ ਹੁੰਦੇ ਸੀ ਤੇ ਕਹਿੰਦੇ ਵੀ ਇੱਕ ਵਾਰ ਸਬੱਬ ਬਣ ਗਿਆ। ਮੈਂ ਸੋਚਿਆ ਵੀ ਇਸ ਸ਼ਹੀਦੀ ਅਸਥਾਨ ਦੇ ਉੱਤੇ ਜਾਇਆ ਜਾਵੇ। ਮੈਂ ਤੇ ਮੇਲਾ ਹੀ ਸੋਚ ਕੇ ਆਇਆ ਸੀ ਵੀ ਮੇਲਾ ਹੀ ਵੇਖਣ ਜਾਣਾ ਹੈ। 14 ਕੁ ਸਾਲ ਮੇਰੀ ਉਮਰ ਸੀ ਤੇ ਮੈਂ ਕਦੀ ਪਹਿਲਾਂ ਇੰਨੇ ਅਸਥਾਨਾਂ ਦੇ ਉੱਤੇ ਗਿਆ ਨਹੀਂ ਸੀ, ਐਡੀ ਭਾਰੀ ਸੰਗਤ ਵੇਖੀ ਵੀ ਨਹੀਂ ਸੀ। ਤੇ ਮੈਂ ਰਹਿਣਾ ਸੀ ਉੱਥੇ 2 ਦਿਨ, ਤੇ ਹੁਣ ਰਾਤ ਰਹਿਣ ਦਾ ਪ੍ਰਬੰਧ ਕਿੱਦਾਂ ਹੋਵੇ। 14 ਕੁ ਸਾਲ ਦੀ ਉਮਰ ਤੇ ਇਹ ਵੀ ਬੜੀ ਵੱਡੀ ਮੁਸ਼ਕਿਲ ਸੀ। ਤੇ ਉਹ ਕਹਿੰਦੇ ਵੀ ਸਾਡੇ ਪਿੰਡ ਦੀਆਂ ਉੱਥੇ ਕੁਝ ਬੱਚੀਆਂ ਵਿਆਹੀਆਂ ਹੋਈਆਂ ਸੀ, ਸਾਡੀਆਂ ਭੈਣਾਂ ਵਿਆਹੀਆਂ ਹੋਈਆਂ ਸੀ। ਚਲੋ ਰਹਿਣ ਦਾ ਪ੍ਰਬੰਧ ਵੀ ਹੋ ਗਿਆ ਵੀ ਉਹਨਾਂ ਦੇ ਕੋਲ ਜਾ ਕੇ ਰਹਿ ਲਵਾਂਗੇ। ਇੱਥੋਂ ਉਹਨਾਂ ਦੇ ਪਿੰਡ ਤੋਂ ਲਗਭਗ ਇਹ 30 ਕਿਲੋਮੀਟਰ ਦੂਰ ਸੀ। ਇੱਥੇ ਆ ਕੇ ਜਦੋਂ ਉਹ ਫਤਿਹਗੜ੍ਹ ਸਾਹਿਬ ਕਹਿੰਦੇ ਮੈਂ ਮੇਲੇ ਦੇ ਉੱਤੇ ਜੋੜ ਮੇਲ ਦੇ ਉੱਤੇ ਪਹੁੰਚਾ ਤੇ ਜਿਹੜੀਆਂ ਉਹਨਾਂ ਨੇ 2-3 ਗੱਲਾਂ ਬੋਲੀਆਂ ਨੇ ਵੀ ਮੇਰੇ ਉੱਤੇ ਕੀ ਪ੍ਰਭਾਵ ਪਿਆ। ਹੈ ਸੰਗਤ ਹੀ ਹੈ, ਅਸੀਂ ਇਹਨੂੰ ਜਿਉਂਦਿਆਂ ਬੰਦਿਆਂ ਦੀ ਸੰਗਤ ਕਹਿੰਦੇ ਹਾਂ ਵੀ ਜਿਉਂਦਿਆਂ ਬੰਦਿਆਂ ਦੀ ਸੰਗਤ ਦਾ ਕੀ ਅਸਰ ਹੁੰਦਾ ਹੈ। ਜੇ ਤੁਸੀਂ ਫਤਿਹਗੜ੍ਹ ਸਾਹਿਬ ਜੋੜ ਮੇਲ ਦੇ ਉੱਤੇ ਜਾਂਦੇ ਜੇ ਤੇ ਤੁਸੀਂ ਉਹਨੂੰ ਕਿੱਦਾਂ ਜਿਉ ਕੇ ਵੇਖਦੇ ਜੇ। ਇਸੇ ਕਰਕੇ ਇੱਕ ਗੱਲ ਵਿੱਚੋਂ ਕਹਿ ਕੇ ਮੈਂ ਮਾਫੀ ਮੰਗਾਂਗਾ ਕਿ ਵੇਖੋ ਸਾਡੇ ਵਿੱਚੋਂ ਬਹੁਤੇ ਪਤਾ ਕੀ ਕਹਿਣ ਲੱਗ ਪੈਂਦੇ ਨੇ ਜੀ, ਹੋਲੇ ਮਹੱਲੇ 'ਤੇ ਨਹੀਂ ਜਾਣਾ ਭੀੜ ਬੜੀ ਹੁੰਦੀ ਹੈ, ਵਿਸਾਖੀ 'ਤੇ ਨਹੀਂ ਜਾਣਾ ਭੀੜ ਬੜੀ ਹੁੰਦੀ ਹੈ। ਮਤਲਬ ਅਸੀਂ ਭੀੜ ਤੋਂ ਬਚਣਾ ਚਾਹੁੰਦੇ ਹਾਂ, ਪਰ ਜੋ ਅਸਲ ਦੇ ਵਿੱਚ ਗੱਲਾਂ ਭੀੜ ਦੇ ਵਿੱਚੋਂ ਮਿਲਦੀਆਂ ਨੇ ਉਹ ਭੀੜ ਦੇ ਵਿੱਚੋਂ ਹੀ ਮਿਲਣੀਆਂ ਨੇ। ਪਤਾ ਨਹੀਂ ਉੱਥੇ ਕਿਹੋ ਜਿਹਾ ਬੰਦਾ ਆ ਕੇ ਆਇਆ ਹੋਵੇ ਜਿਹਨੇ ਸਾਡੀ ਜ਼ਿੰਦਗੀ ਬਦਲ ਦੇਣੀ ਹੈ। ਉਹ ਕਹਿੰਦੇ ਮੈਂ ਪਹਿਲੀ ਵਾਰ ਵੇਖਿਆ ਸੀ ਇੱਦਾਂ ਦਾ ਨਜ਼ਾਰਾ, ਔਰ ਸਿੱਖ ਸੱਭਿਆਚਾਰ ਮੈਂ ਉੱਥੇ ਪਲਦਾ ਵੇਖਿਆ। ਅਤੇ ਸਭ ਤੋਂ ਵੱਡੀ ਗੱਲ ਕਹਿੰਦੇ ਕਿ ਮੈਂ ਸੰਗਤ ਦੇ ਵਿੱਚ ਬੈਠਾ ਹੋਇਆ ਸੀ ਅਤੇ ਮਹਾਰਾਜਾ ਭੁਪਿੰਦਰ ਸਿੰਘ ਪਟਿਆਲੇ ਵਾਲੇ ਉਹ ਵੀ ਸੰਗਤ ਦੇ ਵਿੱਚ ਆ ਕੇ ਬੈਠੇ ਹੋਏ ਸੀ। ਅਤੇ ਮੇਰੇ ਤੋਂ 4 ਕੁ ਬੰਦੇ ਅੱਗੇ ਬੈਠੇ ਸੀ। ਸੰਗਤ ਦੇ ਵਿੱਚ ਸਾਰੇ ਬਰਾਬਰ ਬੈਠੇ ਸੀ ਅਤੇ ਮੇਰੇ ਤੋਂ 4 ਕੁ ਬੰਦੇ ਅੱਗੇ ਜਿਹੜੇ ਸੀ ਉਹ ਮਹਾਰਾਜਾ ਭੁਪਿੰਦਰ ਸਿੰਘ ਬੈਠੇ ਸੀ। ਅਤੇ ਉਸ ਮਹਾਰਾਜਾ ਭੁਪਿੰਦਰ ਸਿੰਘ ਦਾ ਇੱਕ ਬੋਡੀਗਾਰਡ ਸੀ, ਉਹਦੀ ਏਜ ਜਿਹੜੀ ਸੀ ADC ਉਹਨਾਂ ਨੇ ਬੋਲਿਆ ਵੀ ਉਹਨਾਂ ਦੇ ਨਾਲ ਸੀ। 23 ਕੁ ਸਾਲ ਉਹਦੀ ਉਮਰ ਸੀ। ਹੁਣ 23 ਕੁ ਸਾਲ ਦੀ ਉਮਰ ਅਤੇ ਅਜੇ ਨਵੀਂ ਬੱਚੇ ਨੂੰ ਦਾੜੀ ਆ ਰਹੀ ਸੀ, ਉਹਨੂੰ ਵੀ ਹੈ ਅਫਸਰ ਸੀ ਅਤੇ ਉਹਨੇ ਸਿਰ ਦੇ ਉੱਤੇ ਬੜੀ ਸੋਹਣੀ ਦਸਤਾਰ ਸਜਾਈ ਹੋਈ ਸੀ ਅਤੇ ਅਜੇ ਇਹ ਕੇਸਾਧਾਰੀ ਨਹੀਂ ਸੀ ਕਿਉਂਕਿ ਹਿੰਦੂ ਪਰਿਵਾਰ ਦੇ ਵਿੱਚ ਜਨਮ ਹੋਇਆ ਸੀ। ਇਹ ਬਾਅਦ 'ਚ ਗੱਲ ਆਵੇਗੀ। ਅਤੇ ਉਹਨਾਂ ਨੇ ਉਹ ਕਹਿੰਦੇ ਕਿ ਮਹਾਰਾਜਾ ਬੈਠੇ ਹੋਏ ਸੀ, ਉਹਦਾ ਉਹ ਬੋਡੀਗਾਰਡ ਸੀ। ਮਹਾਰਾਜਾ ਤੋਂ ਥੋੜ੍ਹਾ ਜਿਹਾ ਹਟਵਾਂ ਹੋ ਕੇ ਨਾ ਅਤੇ ਉਹ ਕਿਸੇ ਮਹਿਰਾਬ ਦਾ ਆਸਰਾ ਲਾ ਕੇ ਅਤੇ ਮਹਾਰਾਜੇ ਦੇ ਵੱਲ ਨਿਗਾਹ ਰੱਖਣ ਲੱਗ ਪਿਆ। ਉਹਦੀ ਡਿਊਟੀ ਸੀ ਉਹ। ਅਤੇ ਸੁਭਾਵਿਕ ਕਹਿੰਦੇ ਵੀ ਉਸ ਜਿਹੜਾ ਉਹ ਜਵਾਨ ਸੀ ਉਹਦਾ ਫੇਸ ਮੇਰੇ ਵੱਲ ਹੋ ਗਿਆ। ਕਹਿੰਦੇ ਬਸ ਉਸ ਨੂੰ ਮੈਂ ਇੰਨੀ ਚੰਗੀ ਤਰ੍ਹਾਂ ਵੇਖਿਆ ਹੈ, ਬੜੀ ਵੱਡੀ ਉਮਰ 'ਚ ਉਹਨਾਂ ਨੇ ਗੱਲ ਲਿਖੀ ਹੈ। ਅਤੇ ਕਹਿੰਦੇ ਮੈਨੂੰ ਅਜੇ ਤੱਕ ਉਸ ਨੌਜਵਾਨ ਦੀ ਸ਼ਕਲ ਨਹੀਂ ਭੁੱਲਦੀ ਵੀ ਮੈਂ ਉਹਨੂੰ ਕਿਸ ਰੂਪ ਦੇ ਵਿੱਚ ਵੇਖਿਆ ਹੈ। ਔਰ ਭੁੱਲਣ ਦੀ ਤਾਂ ਗੱਲ ਦੂਰ ਹੈ, ਕਹਿੰਦੇ ਜਦੋਂ ਤੱਕ ਮੈਂ ਜਿਉਂਦਾ ਰਹਾਂਗਾ ਮੈਨੂੰ ਕਦੀ ਭੁੱਲੇਗੀ ਵੀ ਨਹੀਂ। ਮਤਲਬ ਇੰਝ ਲੱਗਦਾ ਵੀ ਜਿੱਦਾਂ ਅੱਜ ਹੀ ਵੇਖੀ ਹੋਵੇ। ਉਸ ਨੌਜਵਾਨ ਦਾ ਮੇਰੇ ਉੱਤੇ ਉਹਦੀ ਦਸਤਾਰ ਦਾ, ਉਹਦੇ ਦਾੜੇ ਦਾ ਇੰਨਾ ਜ਼ਿਆਦਾ ਪ੍ਰਭਾਵ ਪਿਆ ਵੀ ਮੈਨੂੰ ਕਦੀ ਭੁੱਲਦਾ ਨਹੀਂ ਹੈ। ਅਤੇ ਹੁਣ ਕਹਿੰਦੇ ਮੈਂ ਇੱਕ ਤਾਂ ਇਹ ਚੀਜ਼ ਬੜੇ ਕਮਾਲ ਦੀ ਵੇਖੀ, ਦੂਜੀਆਂ ਚੀਜ਼ਾਂ ਮੈਂ ਉਸ ਜੋੜ ਮੇਲ ਦੇ ਉੱਤੇ ਹੋਰ ਵੇਖੀਆਂ। ਜਿੱਦਣ ਲਗਭਗ 2-3 ਦਿਨ ਮੇਲਾ ਹੁੰਦਾ, ਤੁਸੀਂ ਵੇਖਿਆ ਹੋਵੇਗਾ, ਜੇ ਦਰਸ਼ਨ ਕੀਤੇ ਨੇ ਤਾਂ ਮਹਾਰਾਜ ਸਮਾਂ ਬਖਸ਼ੇ ਇੱਕ ਵਾਰ ਕੱਢ ਕੇ ਜ਼ਰੂਰ ਜਾਇਓ। ਬੜੀ ਕਮਾਲ ਦੀ ਚੀਜ਼ ਵੇਖਣ ਨੂੰ ਮਿਲ ਜਾਂਦੀ ਹੈ ਜੇ ਅਸੀਂ ਭਾਵਨਾ ਵਾਲੇ ਪਾਸੇ ਤੋਂ ਜਾਂਦੇ ਹਾਂ। ਅਤੇ ਤੁਹਾਨੂੰ ਬੜੇ ਲੋਕ ਅਜੇ ਵੀ ਉੱਦਾਂ ਹੀ ਵੇਖਣਗੇ ਵੀ ਜਿਨ੍ਹਾਂ ਨੂੰ ਬੜਾ ਅਹਿਸਾਸ ਹੋ ਰਿਹਾ ਵੀ ਜਿੱਦਾਂ ਅੱਜ ਦੀ ਘਟਨਾ ਹੋ ਗਈ ਹੈ ਸਰਹੰਦ ਦੇ ਵਿੱਚ। ਅਤੇ ਉਹ ਕਹਿੰਦੇ ਨੇ ਵੀ ਜਿਸ ਦਿਨ ਆਖਰੀ ਦਿਨ ਹੁੰਦਾ ਨਾ ਜੋੜ ਮੇਲ ਦਾ,
ਉਹ ਦਿਨ ਨਗਰ ਕੀਰਤਨ ਕੱਢਿਆ ਜਾਂਦਾ ਹੈ। ਫਤਿਹਗੜ੍ਹ ਸਾਹਿਬ ਤੋਂ ਜੋਤੀ ਸਰੂਪ ਸਾਹਿਬ ਤੱਕ ਆਉਂਦਾ ਹੈ। ਜੋਤੀ ਸਰੂਪ ਉਹ ਅਸਥਾਨ ਹੈ ਜਿੱਥੇ ਛੋਟੇ ਸਾਹਿਬਜ਼ਾਦਿਆਂ ਦੇ ਸਰੀਰਾਂ ਦੇ ਸੰਸਕਾਰ ਹੋਏ ਸੀ। ਤੁਸੀਂ ਇਹਨਾਂ ਅਸਥਾਨਾਂ ਨੂੰ ਜਾਣਦੇ ਹੋਵੋਗੇ। ਅਤੇ ਉਹਨਾਂ ਨੇ ਕੀ ਗੱਲ ਬੋਲੀ, ਜਿਸ ਵੇਲੇ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਅਤੇ ਮਹਾਰਾਜਾ ਭੁਪਿੰਦਰ ਸਿੰਘ ਜਿਹੜੇ ਨੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਵਾਰੀ ਨੂੰ ਚੌਰ ਕਰਦੇ ਪਏ ਨੇ। ਸਾਰਾ ਸਫ਼ਰ ਉਹਨਾਂ ਨੇ ਨੰਗੇ ਪੈਰੀਂ ਚੌਰ ਕੀਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਵਾਰੀ ਨੂੰ। ਅਤੇ ਸੰਗਤ ਜਿਹੜੀ ਸੀ ਉਹ ਨਾਲ ਜਾ ਰਹੀ ਸੀ ਅਤੇ ਅੱਗੇ ਅੱਗੇ ਬੀਬੀਆਂ ਸ਼ਬਦ ਪੜ੍ਹਦੀਆਂ ਪਈਆਂ ਸੀ। ਉਹ ਕਹਿੰਦੇ ਮੈਂ 5 ਚੀਜ਼ਾਂ ਨੋਟ ਕੀਤੀਆਂ ਨੇ ਉਹਨਾਂ 2-3 ਦਿਨਾਂ ਦੇ ਵਿੱਚ, ਅਤੇ ਉਹਨਾਂ 5 ਚੀਜ਼ਾਂ ਨੇ ਮੇਰੀ ਜ਼ਿੰਦਗੀ ਬਣਾ ਕੇ ਰੱਖ ਦਿੱਤੀ ਹੈ। ਇੱਕ ਤਾਂ ਇਹ ਕਹਿੰਦੇ ਮੈਂ ਵੇਖਿਆ ਉਹ ਏਡੀ ਸੀ, ਉਹ ਜਿਹੜਾ ਜਵਾਨ ਸੀ, ਮੈਨੂੰ ਕਦੀ ਨਹੀਂ ਭੁੱਲਦਾ। ਦੂਜੀ ਗੱਲ ਉਹਨਾਂ ਨੇ ਇਹ ਵੇਖੀ ਵੀ ਜੇ ਮਹਾਰਾਜਾ ਭੁਪਿੰਦਰ ਸਿੰਘ ਜਿਹੜਾ ਉਸ ਵੇਲੇ ਦਾ ਮਹਾਰਾਜਾ ਹੈ ਉਹ ਸੰਗਤ ਦੇ ਵਿੱਚ ਆ ਕੇ ਬਰਾਬਰ ਬੈਠਦਾ ਹੈ, ਅਤੇ ਇੱਕ ਚੀਜ਼ ਵੇਖੀ ਜਾਂਦੀ ਹੈ ਵੀ ਸੰਗਤ ਦੇ ਵਿੱਚ ਉੱਚਾ ਨੀਵਾਂ ਨਹੀਂ ਵੇਖਿਆ ਜਾਂਦਾ, ਸਾਰੇ ਬਰਾਬਰ ਆ ਕੇ ਬੈਠਣਗੇ। ਦੂਜੀ ਗੱਲ ਵੀ ਕੋਈ ਵੱਡੇ ਤੋਂ ਵੱਡਾ ਬੰਦਾ ਵੀ ਹੋਵੇ ਉਹ ਵੀ ਸੰਗਤ ਦੇ ਵਿੱਚ ਆ ਕੇ ਇਹ ਸੋਚਦਾ ਵੀ ਮੇਰੇ ਬੜੇ ਧੰਨ ਭਾਗ ਨੇ ਜਿਹੜਾ ਮੈਂ ਇੱਥੇ ਆ ਕੇ ਬੈਠਾ ਹੋਇਆ ਹਾਂ। ਕਿਉਂਕਿ ਮਹਾਰਾਜਾ ਭੁਪਿੰਦਰ ਸਿੰਘ ਨੇ ਉੱਥੇ ਲੈਕਚਰ ਦੇ ਵਿੱਚ ਬੋਲਿਆ ਸੀ, ਕਹਿੰਦੇ ਵੀ ਉਹਨਾਂ ਨੇ ਉਰਦੂ ਦੇ ਵਿੱਚ ਗੱਲ ਬੋਲੀ ਵੀ ਮੇਰੇ ਬੜੇ ਭਾਗ ਚੰਗੇ ਨੇ, ਮੈਨੂੰ ਆਹ ਸੰਗਤ ਨਸੀਬ ਹੋ ਗਈ ਹੈ। ਤੀਜਾ ਉਹ ਫਿਰ ਇੱਕ ਗੱਲ ਹੋਰ ਬੋਲਦੇ ਨੇ ਵੀ ਜਿਹੜੀ ਮੈਂ ਚੀਜ਼ ਵੇਖੀ ਵੀ ਤੜਕੇ ਅੰਮ੍ਰਿਤ ਵੇਲੇ ਉੱਠ ਕੇ ਅਤੇ ਸਿੱਖ ਇਸ਼ਨਾਨ ਕਰਦੇ ਪਏ ਨੇ ਹਨੇਰੇ ਦੇ ਵਿੱਚ। ਦਸੰਬਰ ਦੇ ਮਹੀਨੇ ਹੁੰਦੇ ਨੇ, ਠੰਡ ਦੇ ਮਹੀਨੇ ਹੁੰਦੇ ਨੇ, ਅਤੇ ਉਸ ਵੇਲੇ ਇਸ਼ਨਾਨ ਕਰਦੇ ਪਏ ਨੇ। ਅਤੇ ਫਿਰ ਆਖਰੀ ਗੱਲ ਕਹਿੰਦੇ ਸਭ ਤੋਂ ਵੱਡੀ ਗੱਲ ਮੈਂ ਜਿਹੜੀ ਵੇਖੀ ਛੋਟੇ ਸਾਹਿਬਜ਼ਾਦਿਆਂ ਦੇ ਅਸਥਾਨ ਦੇ ਉੱਤੇ ਵੀ ਮੇਰੇ ਵਰਗਾ 14 ਕੁ ਸਾਲ ਦੀ ਉਮਰ ਦਾ ਜਿਹੜਾ ਬੱਚਾ ਹੋਵੇ ਨਾ ਉਹਨਾਂ ਨੂੰ ਇੱਦਾਂ ਸਮਝ ਲਓ ਵੀ ਇਹ ਮਹਿਸੂਸ ਹੋਵੇ ਵੀ ਤੁਸੀਂ ਜ਼ਿੰਦਗੀ 'ਚ ਕਰਨ ਕੀ ਆਏ ਜੇ। ਮੈਨੂੰ ਉਹ ਚੀਜ਼ ਬਣ ਗਈ ਵੀ ਜਦੋਂ ਮੈਂ ਕਹਿੰਦੇ ਜੋਤੀ ਸਰੂਪ ਸਾਹਿਬ ਦੇ ਦਰਸ਼ਨ ਕੀਤੇ ਨਾ, ਸਾਰੀਆਂ ਸੰਗਤਾਂ ਦੇ ਚਿਹਰੇ ਦੇ ਉੱਤੇ ਉਦਾਸੀ, ਸਾਰਿਆਂ ਦੇ ਮਨ ਜਿਹੜੇ ਨੇ ਉਹ ਭਰੇ ਹੋਏ ਸੀ ਵੀ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਸੀ। ਅਤੇ ਕਹਿੰਦੇ ਮੈਂ ਜਦੋਂ ਜੋਤੀ ਸਰੂਪ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਨਾ ਅਤੇ ਮੈਨੂੰ ਇੱਕ ਇਹੋ ਜਿਹੀ ਚੀਜ਼ ਮਹਿਸੂਸ ਹੋਈ। ਹੁਣ ਇਹੋ ਜਿਹੀ ਚੀਜ਼ ਦੀ ਵਿਆਖਿਆ ਕਿੱਥੇ ਹੈ ਸਾਡੇ ਕੋਲ, ਕਿਤੇ ਵੀ ਨਹੀਂ, ਇਹ ਤਾਂ ਅਨੁਭਵ ਦੀਆਂ ਗੱਲਾਂ ਨੇ। ਅਤੇ ਮੈਨੂੰ ਇੱਦਾਂ ਮਹਿਸੂਸ ਹੋਇਆ ਵੀ ਭਾਈ ਉਹ ਚੀਜ਼ਾਂ ਸ਼ਾਇਦ ਮੈਨੂੰ ਸਾਹਿਬਜ਼ਾਦੇ ਇਹ ਕਹਿ ਰਹੇ ਹੋਣ ਵੀ ਜ਼ਿੰਦਗੀ 'ਚ ਕਰਨ ਕੀ ਆਇਆ ਹੈ ਤੂੰ, ਤੇਰੀ ਜ਼ਿੰਦਗੀ ਦਾ ਮਕਸਦ ਕੀ ਹੈ। ਬਸ ਕਹਿੰਦੇ ਮੈਂ ਉਸ ਚੀਜ਼ ਨੂੰ ਲੈ ਕੇ ਚੱਲਿਆ ਹਾਂ। ਅਤੇ ਉਹ ਚੀਜ਼ ਜਦੋਂ ਨਗਰ ਕੀਰਤਨ ਨਿਕਲਦਾ ਪਿਆ ਸੀ ਨਗਰ ਕੀਰਤਨ, ਅਤੇ ਸੰਗਤ ਜਿਹੜੀ ਸੀ ਨਾ ਸ਼ਬਦ ਪੜ੍ਹਦੀ ਪਈ ਸੀ। ਅਤੇ ਸੰਗਤ ਕਹਿੰਦੇ ਕਿਉਂਕਿ ਮੈਂ ਕਦੀ ਕੀਰਤਨ ਸੁਣਿਆ ਨਹੀਂ ਸੀ, ਮੈਨੂੰ ਬਹੁਤੀ ਪਾਠ ਦੇ ਬਾਰੇ ਜਾਣਕਾਰੀ ਵੀ ਨਹੀਂ ਸੀ, ਅਤੇ ਮੈਨੂੰ ਨਹੀਂ ਸੀ ਪਤਾ ਵੀ ਕਿਹੜਾ ਸ਼ਬਦ ਪੜ੍ਹਿਆ ਜਾ ਰਿਹਾ ਸੀ, ਪਰ ਮੋਟੇ ਤੌਰ ਦੇ ਉੱਤੇ ਮੈਨੂੰ ਯਾਦ ਰਹਿ ਗਿਆ। ਅਤੇ ਯਾਦ ਕੀ ਰਹਿ ਗਿਆ, ਯਾਦ ਸ਼ਬਦ ਉਹ ਇਹ ਸੀ ਜਦੋਂ ਬਾਅਦ ਦੇ ਵਿੱਚ ਗੁਰੂ ਅਰਜਨ ਸਾਹਿਬ ਦੇ ਅਸਥਾਨ ਦੇ ਉੱਤੇ ਆਉਂਦੇ ਨੇ ਫਿਰ ਉਹਨਾਂ ਨੂੰ ਪਤਾ ਲੱਗਦਾ ਵੀ ਕਿਹੜਾ ਸ਼ਬਦ ਸੀ ਜੋ ਪੜ੍ਹਿਆ ਜਾ ਰਿਹਾ। ਕਿਸੇ ਵੇਲੇ ਬੰਦਾ ਸੁਣ ਤੇ ਲੈਂਦਾ ਪਰ ਉਹਨੂੰ ਪੂਰਾ ਯਾਦ ਨਹੀਂ ਹੁੰਦਾ, ਸਾਡੇ ਨਾਲ ਸਾਰਿਆਂ ਦੇ ਨਾਲ ਹੋ ਜਾਂਦਾ। ਉਹ ਸ਼ਬਦ ਸੀ ਜਨਮ ਮਰਨ ਦੋਹੂੰ ਮੈਂ ਨਾਹੀਂ, ਜਨ ਪਰ ਉਪਕਾਰੀ ਆਏ, ਜੀ ਦਾਮ ਦੇ ਭਗਤੀ ਲਾਇਨ ਹਰਸਿਓ ਲੈਨ ਮਿਲਾਏ। ਮੈਨੂੰ ਪਹਿਲਾਂ ਤਾਂ ਕਹਿੰਦੇ ਸਮਝ ਹੀ ਨਹੀਂ ਲੱਗੀ। ਚਲੋ ਜਦੋਂ ਫਿਰ ਕੀ ਹੋਇਆ ਕਿ ਜਿੱਦਣ ਉਹ ਜੋੜ ਮੇਲਾ ਸਮਾਪਤ ਹੋ ਗਿਆ ਮੈਂ ਆਪਣੇ ਘਰ ਆਇਆ, ਅਤੇ ਘਰ ਆ ਕੇ ਅਤੇ ਆਪਣੀ ਮਾਤਾ ਨੂੰ ਕਹਿੰਦੇ ਨੇ ਵੀ ਮਾਤਾ ਮੈਂ ਨਾ ਇੱਕ ਫੌਜੀ ਨੌਜਵਾਨ ਵੇਖ ਕੇ ਆਇਆ, ਮੈਂ ADC ਨੂੰ ਵੇਖ ਕੇ ਆਇਆ, ਅਤੇ ਉਹਦੇ ਸਿਰ 'ਤੇ ਸੱਜੀ ਦਸਤਾਰ ਵੇਖ ਕੇ ਨਾ ਮੈਨੂੰ ਇੰਝ ਲੱਗਦਾ ਵੀ ਮੇਰੇ ਸਿਰ ਦੇ ਵਿੱਚ ਨਾ ਇੱਕ ਚੀਜ਼ ਘੱਟ ਹੈ ਜਿਹਦੇ ਨਾਲ ਬੰਦਾ ਕੰਪਲੀਟ ਨਹੀਂ ਲੱਗਦਾ। ਜੇ ਉਹ ਹੋਵੇ ਜਦੋਂ ਤੱਕ ਉਹ ਸਿਰ ਦੇ ਵਿੱਚ ਨਾ ਹੋਵੇ ਅਤੇ ਉਦੋਂ ਤੱਕ ਬੰਦਾ ਕੰਪਲੀਟ ਨਹੀਂ ਹੈ। ਇਸ ਕਰਕੇ ਕਹਿੰਦੇ ਵੀ ਮੈਂ ਆਪਣੀ ਮਾਤਾ ਨੂੰ ਕਹਿ ਦਿੱਤਾ ਵੀ ਮੈਂ ਕੇਸ ਰੱਖਣੇ ਨੇ। ਅਤੇ ਉਹਨਾਂ ਨੇ ਲਿਖਿਆ ਹੈ ਤੇ ਵੀ ਮਾਤਾ ਨੇ ਮੈਨੂੰ ਅੱਗੋਂ 2 ਗੱਲਾਂ ਬੋਲੀਆਂ ਸੀ। ਇੱਕ ਤਾਂ ਕਹਿੰਦੇ ਵੀ ਇਹ ਗੱਲ ਬੋਲੀ ਵੀ 10ਵੀਂ ਪਾਸ ਕਰ ਲਾ ਅਤੇ ਫਿਰ ਰੱਖ ਲਈ, ਅਤੇ ਦੂਜੀ ਗੱਲ ਕਹਿੰਦੇ ਸ਼ਾਇਦ ਮਾਤਾ ਨੇ ਇਹ ਵੀ ਬੋਲੀ ਹੋਵੇ ਵੀ ਕੇਸ ਭਾਰੇ ਹੁੰਦੇ ਨੇ ਅਤੇ ਅਜੇ ਨਾ ਰੱਖ। ਇਸ ਮੈਂਟੈਲਿਟੀ ਦੇ ਵਿੱਚ ਗੱਲਾਂ ਆ ਜਾਂਦੀਆਂ ਨੇ ਨਾ। ਕਹਿੰਦੇ ਵੀ ਮੈਨੂੰ ਮਾਤਾ ਨੇ ਬੋਲਿਆ। ਕਹਿੰਦੇ ਚਲੋ ਮਹਾਰਾਜ ਦੀ ਖੇਡ ਵਾਪਰ ਗਈ। ਉਹਨਾਂ ਤੋਂ 6 ਸਾਲ ਬਾਅਦ ਉਸ ਮੇਲੇ ਤੋਂ 18 ਤੋਂ ਲੈ ਕੇ 24 ਦਾ ਸਮਾਂ ਆ ਜਾਂਦਾ ਹੈ। ਕਹਿੰਦੇ ਮੈਂ ਡੇਰਾ ਸਾਹਿਬ ਗੁਰਦੁਆਰਾ ਸਾਹਿਬ ਲਾਹੌਰ ਚਲਾ ਗਿਆ। ਮੇਰੀ ਜ਼ਿੰਦਗੀ ਦਾ ਪਹਿਲਾ ਸ਼ਬਦ ਸੀ ਜਨਮ ਮਰਨ ਦੋਹੂੰ ਮੈਂ ਨਾਹੀਂ, ਜਨ ਪਰ ਉਪਕਾਰੀ ਆਏ। ਕਹਿੰਦੇ ਉਸ ਡੇਰਾ ਸਾਹਿਬ ਗੁਰਦੁਆਰਾ ਸਾਹਿਬ ਦੇ ਅੰਦਰ ਬੈਠ ਕੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਅਸਥਾਨ 'ਤੇ ਬੈਠ ਕੇ 1924 ਦੇ ਵਿੱਚ ਮੈਂ ਸੇਵਾ ਆਰੰਭੀ। ਪਾਰਟੀਸ਼ਨ ਤੱਕ 1947 ਤੱਕ ਮੈਂ ਉਸ ਅਸਥਾਨ ਦੀ ਸੇਵਾ ਕੀਤੀ ਹੈ ਨਾ। ਅਤੇ ਉਸ ਸ਼ਬਦ ਨੂੰ ਮੈਂ ਪਤਾ ਨਹੀਂ ਕਿੰਨੀ ਵਾਰ ਫਿਰ ਸੁਣਿਆ। ਮੇਰਾ ਸਿੱਖੀ ਦਾ ਪਹਿਲਾ ਸਬਕ ਸੀ ਉਹ ਜਿਹੜਾ ਮੈਂ ਸੰਗਤ ਦੇ ਵਿੱਚੋਂ ਮਹਿਸੂਸ ਕੀਤਾ, ਉਸ ਨੂੰ ਮੈਂ ਪਹਿਲੀ ਵਾਰ ਸੁਣਿਆ ਹੈ। ਅਤੇ ਮੈਂ ਉਸ ਸ਼ਬਦ ਦੇ ਆਸਰੇ ਦੇ ਉੱਤੇ ਹੀ ਮੈਂ ਇੰਨੀ ਸੇਵਾ ਉਸ ਗੁਰਦੁਆਰੇ ਦੇ ਵਿੱਚ ਰਹਿ ਕੇ ਕੀਤੀ ਹੈ ਅਤੇ ਮਨੁੱਖਤਾ ਦੀ ਸੇਵਾ ਕੀਤੀ ਹੈ। ਉਸ ਸ਼ਬਦ ਦਾ ਮੇਰੇ ਉੱਤੇ ਕਿੰਨਾ ਪ੍ਰਭਾਵ ਹੈ।